ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਇੱਕ ਬੜਾ ਗੰਭੀਰ ਮੁੱਦਾ ਜਿਹੜਾ ਕਿ ਪਿੱਛੇ ਜੇ ਇੱਕ ਸ਼ਰਾਰਤ ਕੀਤੀ ਗਈ ਹੈ, ਮੈਂ ਸਮਝਦਾ ਕੁਝ ਸਾਡੇ ਹੀ ਸਿੱਖ ਬੁੱਧੀਜੀਵੀਆਂ ਵੱਲੋਂ ਕਿ ਉਹਨਾਂ ਨੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੇ ਵਿੱਚ ਜਾਤ ਪਾਤ ਹੈਗੀ ਹੈ। ਇਹ ਚੀਜ਼ ਨੂੰ ਬੜੇ ਟੈਕਨੀਕਲ ਤਰੀਕੇ ਨਾਲ ਬੜੇ ਸ਼ਬਦਾਂ ਦੇ ਜਾਲ ਵਿੱਚ ਪਰੋ ਕੇ ਉਹਨਾਂ ਨੇ ਹਮਲਾ ਕੀਤਾ ਸਿੱਖੀ ਦੇ ਉੱਪਰ, ਔਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਦਲਿਤ ਵਿਚਾਰੇ ਸਿੱਖੀ ਪ੍ਰਤੀ ਅਟਰੈਕਟ ਹੁੰਦੇ ਆ ਤਾਂ ਉਹ ਇੱਕ ਮੈਸੇਜ ਲੈ ਕੇ ਜਾਣ ਕਿ ਸਿੱਖਾਂ ਦੇ ਵਿੱਚ ਤਾਂ ਉਦੋਂ ਵੀ ਜ਼ਿਆਦਾ ਗੁਰਬਤ ਹੋਏਗੀ, ਉਦੋਂ ਵੀ ਜ਼ਿਆਦਾ ਜਲੀਲ ਕੀਤਾ ਜਾਏਗਾ। ਕਿਉਂਕਿ ਗੱਲ ਇਹ ਕੀਤੀ ਜਾ ਰਹੀ ਸੀ ਅਖੌਤੀ ਕਿਸੇ ਬੁੱਧੀਜੀਵੀਆਂ ਵੱਲੋਂ ਕਿ ਅਸੀਂ ਉੱਚੀ ਜਾਤ ਦੇ ਜੱਟ ਔਰ ਅਸੀਂ ਇਸ ਵਾਰ ਦਲਿਤਾਂ ਨੂੰ ਇਨਸਾਫ ਲੈ ਕੇ ਦੇਵਾਂਗੇ। ਇਸ ਕਿਸਮ ਦਾ ਭਾਸ਼ਣਬਾਜ਼ੀ ਉੱਥੇ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਦੇ ਵਿੱਚ 12 ਤਰੀਕ ਨੂੰ ਇਹ ਪ੍ਰੋਗਰਾਮ ਹੋਇਆ ਸੀ। ਸੋ ਉਹ ਜਾਤ ਪਾਤ ਦੇ ਉੱਪਰ ਹੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪ੍ਰੋਫੈਸਰ ਗੁਰਤੇਜ ਸਿੰਘ ਜੀ। ਸਰ, ਮੇਰਾ ਸਵਾਲ ਇਹ ਹੈ ਕਿ ਜਿਵੇਂ ਜ਼ੁਲਮ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਜਿਵੇਂ ਆਪਾਂ ਪੱਛਮੀ ਸੱਭਿਆਚਾਰ ਦੀ ਜੇ ਹਿਸਟਰੀ ਪੜ੍ਹਦੇ ਹਾਂ ਉਹਦੇ ਵਿੱਚ ਵੀ ਗੁਲਾਮ ਪ੍ਰਥਾ ਹੁੰਦੀ, ਉੱਥੇ ਵੀ ਬੜੇ ਤਸ਼ੱਦਦ ਦੀਆਂ ਕਹਾਣੀਆਂ ਜਾਂ ਕਿੱਸੇ ਪੜ੍ਹਨ ਨੂੰ ਮਿਲ ਜਾਂਦਾ ਕਿ ਲੋਕਾਂ ਦੇ ਉੱਪਰ ਕਿਵੇਂ ਤਸ਼ੱਦਦ ਕੀਤਾ। ਜਿਵੇਂ ਮੁਗਲ ਸਲਤਨਤ ਦੇ ਵਿੱਚ ਵੀ ਤੁਸੀਂ ਸਾਰੇ ਆਪਾਂ ਜਾਣਦੇ ਹਾਂ ਕਿ ਕਿਵੇਂ ਗੈਰ ਧਰਮੀਆਂ ਨੂੰ, ਗੈਰ ਮੁਸਲਮਾਨਾਂ ਨੂੰ ਤਸ਼ੱਦਦ ਕੀਤੇ ਜਾਂਦੇ ਸੀ। ਲੇਕਿਨ ਇੱਕ ਜਾਤ ਪਾਤ ਇਹ ਹੈ ਕਿ ਜਿਹੜੀ ਬਾਦ ਦਸਤੂਰ ਪਿਛਲੇ ਕਈ ਸਦੀਆਂ ਤੋਂ ਜਾਰੀ ਹੈ, ਔਰ ਜਾਤ ਪਾਤ ਨੂੰ ਆਪਾਂ ਉਹ ਜਿਹੜੇ ਉਹ ਜ਼ੁਲਮ ਦੂਸਰੇ ਲੋਕਾਂ ਦੇ ਉੱਪਰ ਕੀਤੇ ਜਾਂਦੇ, ਜਿਵੇਂ ਗੁਲਾਮ ਬਣਾ ਕੇ ਕੀਤੇ ਜਾਂਦੇ ਸੀ, ਤੇ ਜਿਹੜਾ ਜਾਤ ਪਾਤ ਦੇ ਵਿੱਚ ਜ਼ੁਲਮ ਕੀਤਾ ਜਾਂਦਾ ਲੋਕਾਂ ਦੇ ਉੱਪਰ, ਇਹ ਕਿਵੇਂ ਵੱਖਰਾ ਹੋ ਸਕਦਾ ਆ? ਆਪਾਂ ਇਕੱਠੇ ਰੱਖ ਸਕਦੇ ਜਾਂ ਜਾਤ ਪਾਤ ਤੇ ਗੁਲਾਮ ਪ੍ਰਥਾ ਵੱਖਰੀ ਹੈ? ਦੂਜੀ ਗੱਲ ਇਹਦੇ 'ਚ ਇੱਕ ਮੈਂ ਕੁਐਸਚਨ ਹੋਰ ਐਡ ਕਰਦਾ ਛੋਟਾ ਜਿਹਾ। ਹਿੰਦੁਸਤਾਨ ਦੇ ਵਿੱਚ ਜਿਹੜੀ ਜਾਤ ਪਾਤ ਆ ਉਹ ਕਿਉਂ ਤੇ ਕੀ ਸੋਚ ਕੇ ਸ਼ੁਰੂ ਕੀਤੀ ਗਈ ਤੇ ਕਦੋਂ ਤੋਂ ਸ਼ੁਰੂ ਕੀਤੀ ਗਈ, ਔਰ ਇਹਦਾ ਖਮਿਆਜਾ ਕੀ ਭੁਗਤਣਾ ਪਿਆ ਭਾਰਤ ਨੂੰ? ਜੀ ਜਸਪਾਲ ਜੀ, ਇਸ ਤਰ੍ਹਾਂ ਹੈਗਾ ਕਿ ਜੇ ਅਸੀਂ ਇਤਿਹਾਸ ਵਿੱਚ ਪਿੱਛੇ ਜਾਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਾਤ ਪਾਤ ਦਾ ਜਿਹੜਾ ਸਿਸਟਮ ਹੈ, ਦੇਖੋ ਜਾਤ ਪਾਤ ਇੱਕ ਹੋਰ ਗੱਲ ਹੁੰਦੀ ਹੈ, ਪਛਾਣ ਵੀ ਹੁੰਦੀ ਹੈ। ਜਾਤ ਪਾਤ ਕਈ ਵਾਰੀ ਉਸ ਅਰਥ ਦੇ ਵਿੱਚ ਇਸ ਦਾ ਕੋਈ ਬਹੁਤਾ ਹਾਨੀਕਾਰਕ ਅਸਰ ਨਹੀਂ ਪੈਂਦਾ ਸਮਾਜ ਦੇ ਉੱਤੇ। ਲੇਕਿਨ ਜਿਹੜੀ ਜਾਤ ਪਾਤ ਪ੍ਰਥਾ ਹੈ, ਇਸ ਨੂੰ ਇੱਕ ਪ੍ਰਬੰਧ ਬਣਾ ਲੈਣਾ ਔਰ ਇਸ ਨੂੰ ਲੋਕਾਂ ਦੇ ਉੱਤੇ ਲਾਗੂ ਕਰਨਾ, ਜੋ ਕਈ ਤਰੀਕਿਆਂ ਨਾਲ, ਕਈ ਧੋਖਿਆਂ ਨਾਲ, ਕਈ ਜ਼ਬਰਦਸਤੀ ਨਾਲ, ਉਹ ਜਿਹੜੀ ਚੀਜ਼ ਹੈ ਉਹ ਸਾਰਿਆਂ ਵਾਸਤੇ ਨੁਕਸਾਨਦੇਹ ਸਾਬਤ ਹੁੰਦੀ ਹੈ। ਹੁਣ ਇਹ ਜਿਹੜੀ ਜਾਤ ਪਾਤ ਦਾ ਸਿਸਟਮ, ਜਿਹੜਾ ਤਾਂ ਹੁਣ ਗੁਲਾਮਾਂ ਦਾ ਸਿਸਟਮ ਸੀਗਾ, ਉਹ ਤਾਂ ਇਸ ਤਰ੍ਹਾਂ ਸੀ ਕਿ ਜਿਹੜੇ ਲੜਾਈ ਦੇ ਵਿੱਚ ਕੋਈ ਲੋਕ ਫੜੇ ਗਏ ਜਾਂ ਮਾਰੇ ਜਾਣ ਤੋਂ ਬਚ ਗਏ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ ਆਮ ਤੌਰ ਦੇ ਉੱਤੇ। ਲੇਕਿਨ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਵਿਤਕਰੇ ਨਹੀਂ ਸੀ ਹੁੰਦੇ, ਸਮਾਜਿਕ ਵਿਤਕਰੇ ਨਹੀਂ ਸੀ ਹੁੰਦੇ। ਜਿਸ ਤਰ੍ਹਾਂ ਅਫਰੀਕਾ ਦੇ ਵਿੱਚੋਂ ਇਹਨਾਂ ਨੇ ਇੱਕ ਵੈਸਟਰਨ ਪਾਵਰਸ ਨੇ ਫੜ ਕੇ ਸਲੇਵਸ ਬਣਾਉਣੇ ਸ਼ੁਰੂ ਕੀਤੇ, ਗੁਲਾਮ ਬਣਾਉਣੇ ਸ਼ੁਰੂ ਕੀਤੇ, ਔਰ ਉਹ ਗੁਲਾਮ ਜਿਹੜੇ ਸੀ ਲੇਕਿਨ ਬਰਾਬਰ ਦੇ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਸੀ ਔਰ ਖਾਣੇ ਵਗੈਰਾ ਦਾ ਇੰਤਜ਼ਾਮ ਕਰਦੇ ਸੀ, ਸਾਰਾ ਕੰਮ ਕਰਦੇ ਸੀ। ਇਧਰਲੇ ਪਾਸੇ ਜਿਹੜੀ ਦਾਸ ਪ੍ਰਥਾ ਜਾਂ ਜਿਹੜੀ ਇਹ ਚੱਲੀ ਹੈ ਜਾਤ ਪਾਤ ਦੀ ਪ੍ਰਥਾ, ਪ੍ਰਬੰਧ ਜਿਹੜਾ ਚੱਲਿਆ ਜਾਤ ਪਾਤ ਦਾ, ਇਸ ਸਮਾਜ ਦੇ ਵਿੱਚ ਵਿਤਕਰਿਆਂ ਭਰਿਆ ਪ੍ਰਬੰਧ ਹੈ। ਔਰ ਇਹ ਤਕਰੀਬਨ 1500 ਸਾਲ ਈਸਾ ਤੋਂ ਪਹਿਲਾਂ ਜਦੋਂ ਆਰੀਆ ਲੋਕ ਹਿੰਦੁਸਤਾਨ ਦੇ ਵਿੱਚ ਆਏ, ਉਹਨਾਂ ਨੇ ਇਹ ਸ਼ੁਰੂ ਕੀਤਾ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇੱਥੇ ਆ ਕੇ ਦੇਖਿਆ ਕਿ ਉਹ ਬਹੁਤ ਸਾਰੇ ਇਹਨਾਂ ਦੇ ਬਰਖਲਾਫ ਲੋਕ ਸਨ ਜਿਹੜੇ ਇਹਨਾਂ ਨੂੰ ਇੱਥੇ ਵਸਣ ਨਹੀਂ ਸੀ ਦੇ ਰਹੇ, ਔਰ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਇਹ ਸਾਨੂੰ ਜਾਂ ਤਾਂ ਖਤਮ ਕਰ ਦੇਣਗੇ ਜਾਂ ਫਿਰ ਅਸੀਂ ਇਹਨਾਂ ਨੂੰ ਐਸਾ ਪ੍ਰਬੰਧ ਕਰੀਏ ਕਿ ਇਹਨਾਂ ਨੂੰ ਸਦਾ ਲਈ ਗੁਲਾਮ ਬਣਾ ਲਈਏ, ਆਪਣੀ ਮਰਜ਼ੀ ਦੇ ਨਾਲ ਇਹ ਗੁਲਾਮ ਬਣਨ ਤਾਂ ਕਿ ਕਦੇ ਵੀ ਸਾਨੂੰ ਇਹ ਦੁਖੀ ਨਾ ਕਰਨ ਤੇ ਸਦਾ ਸਾਡੀ ਇਹ ਸੇਵਾ ਕਰਦੇ ਰਹਿਣ। ਸੋ ਇਸ ਤਰ੍ਹਾਂ ਦਾ ਸੋਚ ਕੇ ਇਹਨਾਂ ਨੇ ਪ੍ਰਬੰਧ ਬਣਾਇਆ। ਹੁਣ ਇਹ ਇਸੇ ਤਰ੍ਹਾਂ ਦੇ ਲੋਕ, ਆਰੀਆ ਲੋਕ, ਕੁਝ ਈਰਾਨ ਦੇ ਵਿੱਚ ਵੀ ਆਏ। ਈਰਾਨ ਦੇ ਵਿੱਚ ਵੀ ਜਿਹੜੀ ਮਨੁੱਖ ਦੀ ਉਤਪਤੀ ਹੈ ਉਹ ਤਕਰੀਬਨ ਇਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਵੇਦ ਦੇ ਵਿੱਚ, ਪੁਰਸ਼ ਸੂਤਕ ਦੇ ਵਿੱਚ ਦੱਸੀ ਗਈ ਹੈ, ਰਿਗਵੇਦ ਦੇ ਵਿੱਚ, ਕਿ ਜੀ ਜਿਹੜੇ ਤਾਂ ਪ੍ਰੀਸਟਲੀ ਕਲਾਸ ਹੈ ਜਾਂ ਬ੍ਰਾਹਮਣ ਹੈ ਉਹ ਤਾਂ ਬ੍ਰਹਮਾ ਦੇ ਸਿਰ ਤੋਂ ਪੈਦਾ ਹੋਏ, ਮੂੰਹ ਤੋਂ ਪੈਦਾ ਹੋਏ, ਤੇ ਜਿਹੜੇ ਇੱਕ ਖੱਤਰੀ ਹਨਗੇ, ਛਤਰੀ ਹਨਗੇ, ਲੜਾਈ ਪੜ੍ਹਾਈ ਵਾਲੇ ਤੇ ਰਾਜ ਕਰਨ ਵਾਲੇ, ਉਹ ਉਹਨਾਂ ਦੇ ਬਾਜੂਆਂ ਤੋਂ, ਛਾਤੀ ਤੋਂ ਪੈਦਾ ਹੋਏ, ਤੇ ਵੈਸ਼
ਪੈਰਾਂ ਤੋਂ ਵੈਸ਼ ਪੇਟ ਤੋਂ ਪੈਦਾ ਹੋਏ, ਤੇ ਜਿਹੜੇ ਸ਼ੂਦਰ ਹਨਗੇ ਉਹ ਪੈਰਾਂ ਤੋਂ ਪੈਦਾ ਹੋਏ। ਸ਼ੂਦਰਾਂ ਦੀ ਜਗ੍ਹਾ ਜਿਹੜੇ ਆਰੀਆ ਹਨਗੇ ਈਰਾਨ ਵਾਲੇ, ਉਹ ਕਾਰੀਗਰਾਂ ਨੂੰ ਮੰਨਦੇ ਨੇ, ਕਾਰੀਗਰ ਲੋਕ ਪੈਰਾਂ ਤੋਂ ਪੈਦਾ ਹੋਏ। ਲੇਕਿਨ ਇੱਕ ਕੰਟਰਾਸਟ ਦੋਨਾਂ ਦਾ ਇਹ ਹੈ ਕਿ ਇੱਥੇ ਆ ਕੇ ਇਹ ਜਾਤ ਪਾਤ ਪ੍ਰਬੰਧ ਬਣ ਗਿਆ ਔਰ ਸਦਾ ਲਈ ਲਾਗੂ ਹੋ ਗਿਆ, ਔਰ ਇਸ ਦੇ ਉੱਤੇ ਕਦੇ ਵੀ ਕੋਈ ਕਿੰਤੂ ਨਹੀਂ ਹੋ ਸਕਦਾ। ਜਦੋਂ ਦਾ ਲੱਗਿਆ ਹੋਇਆ ਉਦੋਂ ਦਾ ਇਹ ਚੱਲ ਰਿਹਾ ਹੈ, ਤੇ ਅੱਜ ਤੱਕ ਉਸੇ ਗੁਲਾਮੀ ਦੀ ਹਾਲਤ ਦੇ ਵਿੱਚ ਉਹਨਾਂ ਲੋਕਾਂ ਨੂੰ ਰੱਖ ਰਿਹਾ ਹੈ ਜਿਨ੍ਹਾਂ ਨੂੰ ਇਹ ਸ਼ੂਦਰ ਸਮਝਦਾ ਹੈ। ਤੇ ਈਰਾਨ ਦੇ ਵਿੱਚ ਬਾਅਦ ਦੇ ਵਿੱਚ ਤਾਂ ਖੈਰ ਉਹ ਮੁਸਲਮਾਨ ਬਣ ਗਏ, ਉਸ ਤੋਂ ਪਹਿਲਾਂ ਵੀ ਉਹ ਕਦੇ ਵੀ ਪ੍ਰਬੰਧ ਜਾਤ ਪਾਤੀ ਪ੍ਰਬੰਧ ਨਹੀਂ ਬਣ ਸਕਿਆ। ਉਹ ਜਾਤ ਪਾਤਾਂ ਦੇ ਵਿੱਚ ਕੁਛ ਦੇਰ ਰਿਹਾ ਤੇ ਉਸ ਤੋਂ ਬਾਅਦ ਉਹ ਵਿਲੀਨ ਹੋ ਗਿਆ। ਜਿਹੜੇ ਇੱਥੇ ਵੀ ਆਏ ਇਹ ਪਾਰਸੀ ਲੋਕ, ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਜਾਤ ਪਾਤ ਪ੍ਰਬੰਧ ਨਹੀਂ। ਸੋ ਇਹ ਜਿਹੜਾ ਲੈ ਕੇ ਆਏ ਇੱਥੇ ਆਰੀਆ ਲੋਕ, ਔਰ ਇਹਨਾਂ ਦਾ ਮਕਸਦ ਕੀ ਸੀ? ਇਹਨਾਂ ਦਾ ਮਕਸਦ ਸੀ ਕਿ ਲੋਕਾਂ ਨੂੰ, ਦੂਸਰਿਆਂ ਨੂੰ ਸਦਾ ਲਈ ਗੁਲਾਮ ਬਣਾਇਆ ਜਾਵੇ, ਔਰ ਉਹ ਆਪਣੀ ਮਰਜ਼ੀ ਦੇ ਨਾਲ ਗੁਲਾਮ ਬਣਨ। ਧਰਮ ਦੇ ਅਸੂਲ ਕੁਝ ਇਸ ਤਰ੍ਹਾਂ ਦੇ ਘੜ ਦਿੱਤੇ ਜਾਣ ਕਿ ਉਹ ਸਮਝਣ ਕਿ ਉਹ ਗੁਲਾਮ ਬਣਨ ਦੇ ਹੀ ਕਾਬਿਲ ਹਨ। ਇਸ ਤਰ੍ਹਾਂ ਦਾ ਇਹਨਾਂ ਨੇ ਅਸਰ ਦਿੱਤਾ। ਹੁਣ ਇਹ ਜਿਹੜਾ ਇਸ ਨੂੰ ਸਮਝਣ ਵਾਸਤੇ ਇੱਕ ਸੌਖਾ ਤਰੀਕਾ ਮੈਂ ਅੱਜ ਸੋਚ ਰਿਹਾ ਸੀ ਕਿ ਕੀ ਸੌਖਾ ਤਰੀਕਾ ਹੋ ਸਕਦਾ ਹੈ ਜਿਹਦੇ ਨਾਲ ਇਹ ਗੱਲ ਸਮਝ ਆ ਜਾਏ। ਉਹ ਇਹ ਹੈ ਕਿ ਇਹਨਾਂ ਨੇ ਜਿਹੜਾ ਮਨੁੱਖ ਦਾ ਸੁਭਾਅ ਹੈ, ਹੈਂਕੜਬਾਜ਼, ਲੋਕਾਂ ਦੇ ਉੱਤੇ ਰਾਜ ਕਰਨ ਦਾ ਚਾਹਵਾਨ, ਲੋਕਾਂ ਦਾ ਧਨ ਲੁੱਟਣ ਦਾ ਚਾਹਵਾਨ, ਆਪਣੇ ਆਪ ਅਮੀਰ ਹੋਣ ਦਾ ਚਾਹਵਾਨ, ਇਹ ਸਾਰੀਆਂ ਜਿਹੜੀਆਂ ਅਲਾਮਤਾਂ ਆਣਗੀਆਂ ਮਨੁੱਖੀ ਮਨ ਦੀਆਂ, ਜਿਹੜੀਆਂ ਇਹ ਕੁਰੀਤੀਆਂ ਹਨਗੀਆਂ, ਜਾਂ ਇਸ ਮਨ ਦੀਆਂ ਜਿਹੜੀਆਂ ਮਾੜੀਆਂ ਹਰਕਤਾਂ ਆਣਗੀਆਂ, ਉਹਨਾਂ ਨੂੰ ਇਹਨਾਂ ਨੇ ਪਰਮਾਤਮਾ ਦਾ ਸੁਭਾਅ ਬਣਾ ਦਿੱਤਾ ਕਿ ਪਰਮਾਤਮਾ ਇਸ ਤਰ੍ਹਾਂ ਚਾਹੁੰਦਾ ਹੈ, ਪਰਮਾਤਮਾ ਨੇ ਇਹ ਸਾਰਾ ਕੁਝ ਬਣਾਇਆ। ਸੋ ਉਹਨਾਂ ਦਾ ਜਿਹੜਾ ਪਰਮਾਤਮਾ ਉਹਨਾਂ ਨੇ ਸਿਰਜਿਆ, ਉਹ ਇਹ ਮਨੁੱਖੀ ਸੁਭਾਅ ਦੇ ਅਨੁਸਾਰ ਉਹਨਾਂ ਨੇ ਪਰਮਾਤਮਾ ਦਾ ਸੁਭਾਅ ਸਿਰਜਿਆ। ਇਹ ਇਹਨਾਂ ਦੀ ਚਲਾਕੀ ਸੀ। ਔਰ ਇਹ ਪਰਮਾਤਮਾ ਦੇ ਸੁਭਾਅ ਦੇ ਵਿੱਚ ਉਹਨਾਂ ਨੇ ਉਹ ਗੱਲਾਂ ਪਾਈਆਂ ਜਿਹੜੀਆਂ ਉਹ ਮਨੁੱਖ ਦੇ ਤੌਰ ਦੇ ਉੱਤੇ ਇੱਥੇ ਸੰਸਾਰ ਦੇ ਵਿੱਚ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕਿਹਾ ਜੀ ਕਿ ਜੇ ਤੁਸੀਂ ਰਿਗਵੇਦ ਦੀਆਂ ਤੇ ਬਾਕੀ ਸਾਰੇ ਵੇਦਾਂ ਦੀਆਂ, ਰਿਗਵੇਦ ਨੂੰ ਕਹਿੰਦੇ ਸਾਰਿਆਂ ਤੋਂ ਪੁਰਾਣੀ ਕਿਤਾਬ ਹੈ ਮਨੁੱਖਤਾ ਦੀ, ਉਸ ਦੀਆਂ ਤੇ ਦੂਸਰੇ ਦੀਆਂ ਜੇ ਤੁਸੀਂ ਆਇਤਾਂ ਕੁਝ ਜੋ ਉਹਨਾਂ ਦੇ ਪ੍ਰਵਚਨ ਹਨਗੇ ਉਹਨਾਂ ਨੂੰ ਤੁਸੀਂ ਪੜ੍ਹੋ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਅਰਦਾਸਾਂ ਆਉਣਗੀਆਂ ਕਿ ਅਸੀਂ ਕਾਲੇ ਲੋਕਾਂ ਨਾਲ ਘਿਰੇ ਹੋਏ ਹਾਂ, ਅਸੀਂ ਦੁਸ਼ਟਾਂ ਨਾਲ ਘਿਰੇ ਹੋਏ ਹਾਂ, ਰਾਖਸ਼ਾਂ ਨਾਲ ਘਿਰੇ ਹੋਏ ਹਾਂ, ਇਹਨਾਂ ਨੂੰ ਮਾਰ ਦਿਓ, ਇਹਨਾਂ ਨੂੰ ਖਤਮ ਕਰ ਦਿਓ, ਸਾਨੂੰ ਵਿਜੇ ਦਿਓ। ਇਸ ਤਰ੍ਹਾਂ ਦੇ ਇਹਨਾਂ ਦੀਆਂ ਪ੍ਰੇਅਰਸ ਰਿਗਵੇਦ ਦੇ ਵਿੱਚ ਤੁਹਾਨੂੰ ਪ੍ਰਾਪਤ ਹੁੰਦੀਆਂ ਨੇ। ਸੋ ਇਹਨਾਂ ਦਾ ਮਕਸਦ ਸਿਰਫ ਇਹ ਸੀ ਕਿ ਇੱਥੋਂ ਦੇ ਲੋਕਾਂ ਨੂੰ, ਜਿਹੜੇ ਗੈਰ ਆਰੀਆ ਹਨਗੇ, ਉਹਨਾਂ ਨੂੰ ਸਦਾ ਵਾਸਤੇ ਗੁਲਾਮ ਬਣਾ ਲਿਆ ਜਾਵੇ ਔਰ ਉਹਨਾਂ ਨੂੰ ਸੁੱਚ ਭਿੱਟ ਆਦਿ ਦੇ ਚੱਕਰ ਦੇ ਵਿੱਚ ਫਸਾ ਲਿਆ ਜਾਵੇ ਤਾਂ ਕਿ ਉਹ ਨੇੜੇ ਵੀ ਨਾ ਪਹੁੰਚ ਸਕਣ ਆਜ਼ਾਦੀ ਲੈਣ ਦੇ। ਫਿਰ ਉਹਨਾਂ ਦੇ ਉੱਤੇ ਪਾਬੰਦੀਆਂ ਆਇਦ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਉਹ ਪੈਸਾ ਨਹੀਂ ਇਕੱਠਾ ਕਰ ਸਕਦੇ, ਸਾਰਾ ਪੈਸਾ ਇਹ ਆਪ ਲੁੱਟਣਾ ਚਾਹੁੰਦੇ ਸਨ ਉਹਨਾਂ ਦਾ। ਔਰ ਇਸ ਨੂੰ ਧਾਰਮਿਕ ਅਸੂਲ ਬਣਾ ਦਿੱਤਾ। ਫਿਰ ਉਹ ਪੜ੍ਹਾਈ ਨਹੀਂ ਕਰ ਸਕਦੇ, ਜਿਸ ਦੇ ਨਾਲ ਐਨਲਾਈਟਨਮੈਂਟ ਹੁੰਦੀ ਹੈ ਤੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਮਨੁੱਖ ਹਾਂ, ਅਸੀਂ ਸਾਰਿਆਂ ਦੇ ਬਰਾਬਰ ਹਾਂ। ਉਹ ਧਰਮ ਕਰਮ ਨਹੀਂ ਕਰ ਸਕਦੇ, ਜਿਸ ਦੇ ਨਾਲ ਵੀ ਲੋਕ ਪਰਮਾਤਮਾ ਦਾ ਅਹਿਸਾਸ ਹੁੰਦਾ ਹੈ ਔਰ ਮਨੁੱਖ ਦੇ ਵਿੱਚ ਹੌਸਲਾ ਤੇ ਇਹ ਜਿਹੜਾ ਵੀਰ ਰਸ ਹੈ ਉਹ ਆਉਂਦਾ ਹੈ। ਉਹ ਨਹੀਂ ਸੀ ਕਰ ਸਕਦੇ, ਪਰਮਾਤਮਾ ਨੂੰ ਵੀ ਉਹਨਾਂ ਨੂੰ ਪੂਜਣ ਦੀ ਆਗਿਆ ਨਹੀਂ ਸੀ। ਫਿਰ ਜਿਹੜਾ ਇੱਕ ਵਾਰੀ ਜਿਹੜਾ ਸ਼ੂਦਰ ਸੀ ਉਹ ਸਦਾ ਵਾਸਤੇ ਸ਼ੂਦਰ ਰਹਿਣਾ ਸੀ, ਜਨਮ ਦਰ ਜਨਮ, ਪੁਸ਼ਤ ਦਰ ਪੁਸ਼ਤ ਉਸਨੇ ਸ਼ੂਦਰ ਹੀ ਰਹਿਣਾ ਸੀ। ਇੱਕ ਮਤੰਗਾ ਰਿਸ਼ੀ ਦੀ ਕਹਾਣੀ ਦੱਸਦੇ ਨੇ ਕਿ ਉਸਨੇ ਸ਼ੂਦਰ ਸੀ, ਉਸਨੇ ਬਹੁਤ ਜ਼ਿਆਦਾ ਤਪ ਕੀਤਾ। ਇੰਦਰ ਉਸ ਦੇ ਉੱਤੇ ਬੜਾ ਪ੍ਰਸੰਨ ਹੋਇਆ ਤੇ ਕਹਿਣ ਲੱਗਿਆ ਵੀ ਦੱਸੋ ਮੈਂ ਤੁਹਾਨੂੰ, ਤੁਸੀਂ ਮੰਗੋ ਕੀ ਮੰਗਦੇ ਹੋ? ਉਹ ਕਹਿੰਦਾ ਮੈਨੂੰ ਉੱਚੀ ਜਾਤ ਦੇ ਵਿੱਚ ਜਨਮ ਦਿਓ। ਉਹ ਕਹਿੰਦਾ ਨਹੀਂ, ਇਹ ਨਹੀਂ ਮੈਂ ਕਰ ਸਕਦਾ, ਇਹ ਤਾਂ ਹਜ਼ਾਰਾਂ ਲੱਖਾਂ ਸਾਲ ਤਪੱਸਿਆ ਤੋਂ ਬਾਅਦ ਜਾ ਕੇ ਕਿਤੇ ਮਾੜਾ ਮੋਟਾ ਫਰਕ ਪੈਂਦਾ ਹੈ, ਇਸ ਤਰ੍ਹਾਂ ਮੈਂ ਨਹੀਂ ਕਰ ਸਕਦਾ। ਸੋ ਇਹ ਅਚਲ ਸੀ, ਅਟਲ ਸੀ, ਸਦਾ ਵਾਸਤੇ ਸੀ।
ਇਸ ਦੇ ਵਿੱਚ ਕੋਈ ਤਬਦੀਲੀ, ਕੋਈ ਮਨੁੱਖ, ਕੋਈ ਦੇਵਤਾ, ਕੋਈ ਪ੍ਰਮਾਤਮਾ ਕੁਝ ਨਹੀਂ ਸੀ ਕਰ ਸਕਦਾ। ਔਰ ਇਸ ਦੇ ਅਨੁਸਾਰ ਇਹਨਾਂ ਨੇ ਧਰਮ ਦੇ ਸ਼ਾਸਤਰ ਮਿਥ ਲਏ, ਜਿਨ੍ਹਾਂ ਦੇ ਵਿੱਚ ਵੇਦ ਕੀ ਸਿਮਰਤੀ, ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲਪ ਜੇਵੜੀ ਲੈ ਹੈ ਆਈ, ਉਹ ਉਹਨਾਂ ਨੂੰ ਬੰਨਣ ਵਾਸਤੇ, ਉਹਨਾਂ ਨੂੰ ਕਾਬੂ ਕਰਨ ਵਾਸਤੇ ਇਸ ਤਰ੍ਹਾਂ ਦੇ ਗ੍ਰੰਥ ਰਚੇ ਗਏ। ਇਸੇ ਵਾਸਤੇ ਡਾਕਟਰ ਅੰਬੇਡਕਰ ਬਾਰ-ਬਾਰ ਕਹਿੰਦੇ ਸਨ, ਔਰ ਇੱਕ ਦੋ ਵਾਰ ਉਹਨਾਂ ਨੇ ਮਨੁ ਸਮ੍ਰਿਤੀ ਨੂੰ ਅੱਗ ਵੀ ਲਾਈ। ਮਨੁ ਸਮ੍ਰਿਤੀ ਉਹ ਗ੍ਰੰਥ ਹੈ ਜਿਸ ਨੂੰ ਕਿ ਮਨੂ ਕਹਿੰਦਾ ਹੈ ਕਿ ਮੈਨੂੰ ਬ੍ਰਹਮਾ ਨੇ ਇਹ ਦੱਸਿਆ ਤੇ ਮੈਂ ਭ੍ਰਿਗੂ ਨੂੰ ਇਸ ਦਾ ਗਿਆਨ ਦਿੱਤਾ ਤੇ ਭ੍ਰਿਗੂ ਨੇ ਸਾਰੇ ਰਿਸ਼ੀਆਂ ਨੂੰ ਦਿੱਤਾ। ਯਾਨੀ ਕਿ ਜਿਹੜੀ ਇਹ ਮਨੂ ਸਮ੍ਰਿਤੀ ਹੈ, ਇਹ ਪ੍ਰਮਾਤਮਾ ਨੇ ਆਪ ਲਾਗੂ ਕੀਤੀ ਹੈ, ਔਰ ਜੋ ਨਿਯਮ ਹਨਗੇ, ਇਸ ਦੇ ਜੋ ਨਿਯਮ ਹਨਗੇ, ਉਹ ਪ੍ਰਮਾਤਮਾ ਦੇ ਲਾਗੂ ਕੀਤੇ ਹੋਏ ਹਨਗੇ। ਸੋ ਇਹ ਜਿਹੜੇ ਮਨੁੱਖੀ ਸੁਭਾਅ ਸੀ ਲੋਕਾਂ ਦੇ ਉੱਤੇ ਡੋਮੀਨੇਟ ਕਰਨ ਦਾ, ਉਸ ਦੇ ਅਨੁਸਾਰ ਸਿਰਜਿਆ ਹੋਇਆ ਇਹ ਪ੍ਰਬੰਧ ਹੈ। ਔਰ ਫਿਰ ਇਸ ਨੂੰ ਇਨਫੋਰਸ ਕਰਨ ਵਾਸਤੇ, ਇਸ ਨੂੰ ਲਾਗੂ ਕਰਨ ਵਾਸਤੇ ਇਹਨਾਂ ਨੇ ਖੱਤਰੀਆਂ ਨੂੰ ਕਿਹਾ ਕਿ ਤੁਸੀਂ, ਤੁਹਾਡਾ ਧਰਮ ਹੈ ਕਿ ਤੁਸੀਂ ਇਹ ਸਾਰਾ ਕੁਝ ਇਹਨਾਂ ਦੇ ਉੱਤੇ ਲਾਗੂ ਕਰਨਾ ਹੈ, ਸਾਰੇ ਸਮਾਜ ਦੇ ਉੱਤੇ। ਸਮਾਜ ਦੇ ਵਿੱਚ ਤਾਂ ਸ਼ਾਂਤੀ ਰਹੀ ਬਹੁਤ ਸਦੀਆਂ, ਲੇਕਿਨ ਇਸ ਦੀ ਕੀਮਤ ਬਹੁਤ ਜ਼ਿਆਦਾ ਦੇਣੀ ਪਈ। ਜਿਸ ਤਰ੍ਹਾਂ ਹੁਣ ਜਿਹੜੇ ਮੁਹੰਮਦ ਗੌਰੀ ਦੇ ਨਾਲ ਸਭ ਤੋਂ ਪਹਿਲਾ ਹਮਲਾ, ਜਿਹੜਾ ਵੱਡਾ ਹਮਲਾ ਹੋਇਆ ਇਸਲਾਮ ਦਾ, ਇੱਕ ਤਾਂ ਸਿੰਧ ਦੇ ਵਿੱਚ ਹੋਇਆ, ਉਹ ਤਾਂ ਖੈਰ ਛੋਟਾ ਸੀ, ਥੋੜੇ ਜਿਹੇ ਲੋਕ ਸਨ, ਲੇਕਿਨ ਇਹ ਜਿਹੜਾ ਸੀਗਾ ਦੂਸਰਾ ਹਮਲਾ, ਇਹ ਬਹੁਤ ਵੱਡਾ ਹੋਇਆ ਔਰ ਇਸ ਨੇ ਇੱਥੇ ਸਥਾਈ ਰਾਜ ਬਣਾਏ। ਇਹ ਮੁਹੰਮਦ ਗੌਰੀ ਦੇ ਸਮੇਂ 1000 ਸਾਲ ਦੇ ਵਿੱਚ, 1000 ਦੇ ਵਿੱਚ ਹੋਇਆ। ਇਹਨਾਂ ਦੇ ਨਾਲ ਜਿਹੜੇ ਕੋਈ ਇੰਟੈਲੈਕਚੁਅਲ ਆਏ ਸੀਗੇ, ਉਹ ਦੱਸਦੇ ਨੇ ਕਿ ਲੜਾਈ ਇੱਕ ਖੇਤ ਦੇ ਵਿੱਚ ਚੱਲ ਰਹੀ ਸੀ, ਦੂਸਰੇ ਖੇਤ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਆਰਾਮ ਨਾਲ ਹਲ ਵਾਹ ਰਹੇ ਸੀ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਕੌਣ ਇੱਥੇ ਇਹ ਰਾਜ ਪਲਟਾ ਹੋ ਰਿਹਾ, ਲੋਕ ਲੜ ਰਹੇ ਨੇ, ਸਾਡੇ ਧਰਮ ਦੇ ਉੱਤੇ, ਸਾਡੇ ਮੁਲਕ ਦੇ ਉੱਤੇ ਸੰਕਟ ਆਇਆ ਹੋਇਆ, ਉਹਨਾਂ ਨੂੰ ਕੋਈ ਅਹਿਸਾਸ ਨਹੀਂ ਸੀ। ਔਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਪੜ੍ਹਦੇ ਹਾਂ ਇਹਨਾਂ ਦੇ ਗ੍ਰੰਥਾਂ ਦੇ ਵਿੱਚ, ਤਾਂ ਜਿਹੜੇ ਸਾਡੇ ਪੁਰਾਣੇ ਗ੍ਰੰਥ ਹਨਗੇ ਹਿੰਦੂ ਧਰਮ ਦੇ, ਉਹਨਾਂ ਦੇ ਵਿੱਚ ਜੇ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੋਇਆ ਇੱਕ ਜਗ੍ਹਾ ਕਿ ਕ੍ਰਿਸ਼ਨ ਜੀ ਮਹਾਰਾਜ ਕੰਸ ਨੂੰ ਹਰਾ ਕੇ, ਮਾਰ ਕੇ ਜਦੋਂ ਆਉਂਦੇ ਨੇ, ਤਾਂ ਇੱਕ ਕੁਬਜ਼ਾ ਹੈ ਜਿਹੜੀ ਕਿ ਉੱਥੇ ਜਿਹੜਾ ਵੀ ਉਹ ਰੋਜ਼ ਕੰਸ ਮੱਲ ਯੁੱਧ ਕਰਦਾ ਸੀ ਤੇ ਉਸ ਮੱਲ ਯੁੱਧ ਦੇ ਵਿੱਚ, ਯਾਨੀ ਕਿ ਕੁਸ਼ਤੀ ਕਰਦਾ ਸੀ, ਕੁਸ਼ਤੀ ਦੇ ਵਿੱਚ ਉਹ ਜਿੱਤ ਜਾਂਦਾ ਸੀ ਤੇ ਉਹ ਜੇਤੂ ਨੂੰ ਹਾਰ ਪਾਉਂਦੀ ਸੀ। ਤਾਂ ਜਿਸ ਵੇਲੇ ਕ੍ਰਿਸ਼ਨ ਜੀ ਉਸ ਨੂੰ ਮਾਰ ਕੇ ਆ ਗਏ ਉਸ ਅਖਾੜੇ ਦੇ ਵਿੱਚ, ਤਾਂ ਕੁਬਜ਼ਾ ਨੇ ਜਿਹੜਾ ਹਾਰ ਉਹ ਕੰਸ ਦੇ ਪਾਉਣ ਵਾਸਤੇ ਲਿਆਂਦਾ ਸੀ, ਉਹ ਕ੍ਰਿਸ਼ਨ ਦੇ ਗਲ ਦੇ ਵਿੱਚ ਪਾ ਦਿੱਤਾ। ਤੇ ਉਹ ਕਹਿਣ ਲੱਗੀ ਕਿ ਸਾਡਾ ਕੀ ਹੈ, ਅਸੀਂ ਤਾਂ ਇਹੀ, ਮੈਂ ਤਾਂ ਦਾਸ ਹੀ ਰਹਿਣਾ, ਸਾਡੇ ਵੱਲੋਂ ਕੋਈ ਵੀ ਰਾਜ ਕਰੇ। ਸੋ ਇਸ ਤਰ੍ਹਾਂ ਦੀ ਭਾਵਨਾ ਸਾਰੇ ਸਾਡੇ ਲੋਕਾਂ ਦੇ ਵਿੱਚ ਆ ਗਈ। ਔਰ ਜੋ ਵੀ ਕੋਈ ਇੱਥੇ ਆਇਆ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਸਮੁੰਦਰ ਦੇ ਰਸਤੇ ਤੇ ਆਇਆ, ਚਾਹੇ ਉਹ ਇਧਰਲੇ ਦੂਸਰੇ ਰਸਤੇ ਤੇ ਆਇਆ, ਪਹਾੜਾਂ ਨੂੰ ਕ੍ਰਾਸ ਕਰਕੇ ਆਇਆ, ਉਹ ਕਦੇ ਨਿਰਾਸ਼ ਵਾਪਸ ਨਹੀਂ ਗਿਆ। ਉਸਨੇ ਰਾਜ ਕੀਤਾ। 15-17 ਦੇ ਜਿਹੜੇ ਗਰੁੱਪ ਆਏ, ਉਹਨਾਂ ਨੇ ਵੀ ਰਾਜ ਕੀਤਾ। ਜਿਸ ਤਰ੍ਹਾਂ ਬੰਗਾਲ ਨੂੰ ਜਿਹੜਾ ਕੌਂਕਰ ਕੀਤਾ ਸੀਗਾ ਪਹਿਲੀ ਵਾਰੀ, ਉਹ 17 ਹੀ ਆਦਮੀ ਸੀ ਸਿਰਫ, ਜਿਨ੍ਹਾਂ ਨੇ ਸਾਰੇ ਲਕਸ਼ਮਣ ਸੇਨ ਨੂੰ ਹਰਾ ਕੇ ਉਸ ਨੂੰ ਭਜਾਤਾ ਮਹਿਲ ਦੇ ਵਿੱਚੋਂ ਤੇ ਉਹਦੇ ਉੱਤੇ ਕਬਜ਼ਾ ਕਰ ਲਿਆ। ਸੋ ਇਹ ਸਾਡੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਬਿਰਤੀ ਆ ਗਈ ਕਿ ਅਸੀਂ ਗੁਲਾਮ ਰਹਿਣਾ, ਚਾਹੇ ਇਹਨਾਂ ਦੇ ਹੋਈਏ ਚਾਹੇ ਕਿਸੇ ਹੋਰ ਦੇ ਹੋਈਏ। ਤੇ ਇਹ ਇਹਨਾਂ ਨੇ ਆਪਣੇ ਆਪ ਨੂੰ ਦੇਸ਼ ਦੇ ਨਾਲ, ਧਰਮ ਦੇ ਨਾਲ, ਕਿਉਂਕਿ ਧਰਮ ਕਰਮ ਕਰਨ ਦੀ ਇਜਾਜ਼ਤ ਹੀ ਨਹੀਂ ਸੀ, ਤੇ ਇਹ ਸਾਰਿਆਂ ਦੇ ਨਾਲੋਂ ਤੋੜ ਕੇ ਤੇ ਇਹ ਇੱਕ ਐਸਾ ਵਿਲੱਖਣ ਸਮਾਜ ਬਣਿਆ ਜਿਸ ਦੇ ਵਿੱਚ ਦੁੱਖਾਂ ਦੇ ਪਹਾੜ ਹੀ ਟੁੱਟ ਗਏ ਲੋਕਾਂ ਦੇ ਉੱਤੇ।